स्वागत करदा जी एक बार फिर आप सब ਦਾ ਬ੍ਰੇਕ ਤੋਂ ਬਾਅਦ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਆਪ ਸਮੂਹ ਸੰਗਤਾਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਹੋਵੇ। ਜਿੱਥੇ ਅਸੀਂ ਇੱਕ ਦੂਸਰੇ ਨੂੰ ਲੱਖ ਲੱਖ ਵਧਾਈਆਂ ਦੇ ਰਹੇ ਹਾਂ, ਪਰ ਨਾਲ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕੀ ਦੇਣ ਹੈ ਸਿੱਖੀ ਨੂੰ। ਆਓ ਇसी ਸੰਬੰਧ ਵਿੱਚ ਜਾਣਕਾਰੀ ਲੈਣੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਤੋਂ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ। ਜੈ ਅਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨੀ ਵਿੱਚੋਂ ਜੀ ਕੁਝ ਅਹਿਮ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ, ਜੋ ਕੁਝ ਉਹਨਾਂ ਨੇ ਕੀਤਾ ਸਿੱਖੀ ਵਾਸਤੇ, ਤੇ ਕੀ ਪ੍ਰੇਰਨਾ ਅਸੀਂ ਲੈ ਸਕਦੇ ਹਾਂ, ਉਹਦੇ ਬਾਰੇ ਜਾਣੂ ਕਰਾਓ ਜੀ। ਬਿਲਕੁਲ ਜੀ ਹਰਪ੍ਰੀਤ ਸਿੰਘ ਜੀ, ਸਿੱਖ ਧਰਮ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਦਾ ਗੁਰੂ ਹੋਣਾ ਇਤਿਹਾਸ ਦੇ ਵਿੱਚ ਇੱਕ ਬੜਾ ਵੱਡਾ ਇਨਕਲਾਬ ਹੈ, ਇੱਕ ਕ੍ਰਾਂਤੀ ਹੈ ਜੀ। ਉਹਦਾ ਕਾਰਨ ਹੈ ਇਸ ਜਗਤ ਵਿੱਚ ਛੋਟੀ ਉਮਰ ਦੇ ਬੱਚਿਆਂ ਨੇ ਬੜੇ ਮਾਰ ਕੇ ਮਾਰੇ, ਬੜੀਆਂ ਤਰੱਕੀਆਂ ਕੀਤੀਆਂ, ਰਾਈਟ। ਪਰ ਅੱਜ ਤੱਕ ਕੋਈ ਇੰਨੀ ਛੋਟੀ ਉਮਰ ਵਿੱਚ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਗੁਰੂ ਕੋਈ ਨਹੀਂ ਹੈਗਾ। ਠੀਕ। ਜੇ ਗੁਰੂ ਹੈਗੇ ਨੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ, ਉਹ 5 ਸਾਲ ਤੇ 3 ਮਹੀਨੇ ਦੀ ਉਮਰ ਵਿੱਚ, ਭਾਵ 5.25 ਸਾਲ ਦੀ ਉਮਰ ਵਿੱਚ ਗੁਰੂ ਬਣੇ, ਰਾਈਟ। ਉਹਦਾ ਕਾਰਨ ਇਹ ਹੈ ਕਿ ਸਿੱਖ ਧਰਮ ਦੇ ਵਿੱਚ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਕਿ ਉਮਰ ਆਉਣ ਨਾਲ ਹੀ ਗਿਆਨ ਮਿਲਣਾ ਹੈ। ਹਾਲਾਂਕਿ ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਬਣਨਾ, ਗੁਰੂ ਤੇਗ ਬਹਾਦਰ ਪਾਤਸ਼ਾਹ, ਉਹ ਦਾਦਾ ਜੀ ਅਜੇ ਬੈਠੇ ਨੇ, ਹਜੇ ਗੁਰੂ ਨਹੀਂ ਬਣੇ। ਪੋਤੇ ਦੀ ਵਾਰੀ ਪਹਿਲਾਂ ਆ ਗਈ, ਰਾਈਟ। ਤੇ ਪੋਤੇ ਵੀ ਉਮਰ ਵੀ ਸਿਰਫ 5 ਸਾਲ 3 ਮਹੀਨੇ ਦੀ। ਇਹਦਾ ਮਤਲਬ ਉਮਰ ਦਾ ਤਕਾਜ਼ਾ ਨਹੀਂ ਹੈ, ਬਲਕਿ ਗੁਰੂ ਸਾਹਿਬ ਨੇ ਤੇ ਬਾਣੀ 'ਚ ਇੱਥੋਂ ਤੱਕ ਕਹਿ ਦਿੱਤਾ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਠੀਕ। ਹੁਣ ਜਪਿਆ ਤੇ ਭਗਤ ਕਬੀਰ ਜੀ ਨੇ ਵੀ ਹੈ, ਰਵਿਦਾਸ ਜੀ, ਭਗਤ ਫਰੀਦ ਜੀ, ਬੜਿਆਂ ਭਗਤਾਂ ਨੇ ਜਪਿਆ ਜੀ। ਪਰ ਪ੍ਰਹਲਾਦ ਤੇ ਧਰੂ ਦਾ ਹੀ ਜ਼ਿਕਰ ਕਿਉਂ ਕੀਤਾ ਗਿਆ? ਉਹ ਇਸ ਕਰਕੇ ਕਿ ਜਿਵੇਂ ਧਰੂ ਤੇ ਪ੍ਰਹਲਾਦ 5 ਤੇ 6 ਸਾਲ ਦੀ ਉਮਰ, ਛੋਟੀਆਂ ਉਮਰਾਂ ਵਿੱਚ ਹੀ ਜੁੜ ਗਏ ਜੀ। ਤੁਸੀਂ ਵੀ ਹੋਸ਼ ਸੰਭਾਲਦਿਆਂ ਰੱਬ ਨਾਲ ਜੁੜ ਜਾਓ। ਹੋਸ਼ ਸੰਭਾਲਦਿਆਂ ਹੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਉਹ ਕਿੰਨੇ ਭਾਗਾਂ ਵਾਲੇ ਲੋਕ ਹੋਣਗੇ। ਉਮਰ ਵੀ ਸੋਹਣੀ ਛੋਟੀ ਹੋਏਗੀ, ਸਰੀਰ ਵੀ ਤੰਦਰੁਸਤ ਹੋਏਗਾ ਤੇ ਰੱਬ ਦੀ ਖੋਜ 'ਚ ਲੱਗ ਜਾਣਗੇ। ਠੀਕ। ਫਰੀਦਾ ਉਮਰ ਸੁਹਾਵਣੀ ਸੰਗ ਸੁਮਨੜੀ ਦੇ, ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ। ਉਹ ਵਿਰਲੇ ਨੇ ਜਿਨ੍ਹਾਂ ਦਾ ਪਿਆਰੇ ਨਾਲ ਨੇ। ਛੋਟੀ ਉਮਰ ਸੋਹਣੀ ਦੇ, ਤੰਦਰੁਸਤ ਸਰੀਰ ਦੇ ਹੁੰਦਿਆਂ ਹੋਇਆਂ ਰੱਬ ਦੇ ਨਾਲ ਜੁੜ ਜਾਂਦਾ ਹੈ। ਇਸ ਕਰਕੇ ਛੋਟੀ ਉਮਰ ਤੋਂ ਸਿੱਖੀ ਨਾਲ ਜੁੜ ਜਾਣਾ ਸਾਡੇ ਸਿੱਖ ਧਰਮ ਦਾ ਇੱਕ ਅੰਗ ਹੈ, ਰਾਈਟ। ਹੁਣ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਪੋਤੇ ਨੇ ਗੁਰਗੱਦੀ ਉਹਨਾਂ ਨੂੰ ਦੇ ਦਿੱਤੀ ਗਈ, ਜਦ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸਨ ਉਹਨਾਂ ਨੂੰ ਉਸ ਸਮੇਂ ਨਹੀਂ ਚੁਣਿਆ ਗਿਆ। ਇਹਦੇ ਕੀ ਕਾਰਨ ਤੁਸੀਂ ਸਮਝ ਸਕਦੇ ਹੋ ਕਿ ਕੀ ਕਾਰਨ ਹੋਇਆ ਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਹੀ, ਜੋ ਹੈ ਉਮਰ ਕੁਝ ਵੀ ਨਹੀਂ ਸੀ 5 ਸਾਲ ਦੀ, ਤੇ ਉਸ ਸਮੇਂ ਗੁਰੂ ਸਥਾਪਿਤ ਕਰ ਦਿੱਤਾ? ਹਾਂਜੀ, ਉਹਦੇ ਕੁਝ ਇੱਕ ਕਾਰਨ ਇਹ ਹੈਗੇ ਨੇ। ਸ਼ਬਦ ਜਿਹਦੇ ਅੰਦਰ ਪ੍ਰਗਟ ਹੋ ਗਿਆ ਉਹਦੀ ਪਹਿਲ ਹੈਗੀ ਹੈ, ਰਾਈਟ। ਜੇ ਪੋਤੇ ਦੇ ਅੰਦਰ ਪਹਿਲਾਂ ਗਿਆਨ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਗਿਆ ਤੇ ਪੋਤੇ ਦੀ ਪਹਿਲ ਹੈ। ਗੱਲ ਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਗਿਆਨ ਨੂੰ ਸਮਝਣ ਦੀ ਹੈਗੀ ਹੈ। ਦੂਸਰਾ, ਕੁਝ ਇਤਿਹਾਸਕਾਰ ਇਹ ਵੀ ਕਾਰਨ ਦਿੰਦੇ ਨੇ ਕਿ ਸਾਹਿਬਜ਼ਾਦਾ ਤੇਗ ਬਹਾਦਰ ਸਾਹਿਬ 19 ਦਿਨੀ ਢਾਕਾ, ਬੰਗਾਲ ਆਦਿ ਇਲਾਕੇ 'ਚ ਪ੍ਰਚਾਰ ਕਰ ਰਹੇ ਸਨ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ, ਕੁਝ ਦਾ ਮੰਨਣਾ ਕਿ ਨਹੀਂ, ਉਹ ਬਕਾਲੇ ਵਿਖੇ ਹੀ ਰਹਿ ਰਹੇ ਸਨ। ਪਰ ਇਹ ਤੇ ਗੁਰੂ ਦੀ ਮੌਜ ਹੈ, ਅਕਾਲ ਪੁਰਖ ਦੀ ਰਜ਼ਾ ਹੈਗੀ ਹੈ। ਉਹਨੇ ਕਿਹਨੂੰ ਦਾਤ ਨਾਲ ਨਿਵਾਜ ਦੇਣਾ ਹੈ। ਜਿਹੜਾ ਯੋਗ ਹੋ ਗਿਆ ਉਹਨੂੰ ਦਾਤ ਦੇ ਦਿੱਤੀ। ਗੱਲ ਤੇ ਗੁਰਮਤਿ ਸਿਧਾਂਤਾਂ ਤੇ ਵਿਚਾਰਧਾਰਾ ਨੂੰ ਸਮਝਣ ਦੀ ਹੈ। ਜੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਛੋਟੀ ਉਮਰ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਸਮਝ ਲਈ, ਗੁਰੂ ਨਾਨਕ ਦੀ ਸ਼ਬਦ ਜੋਤ ਉਹਨਾਂ ਦੇ ਹਿਰਦੇ 'ਚ ਜਗ ਗਈ, ਫਿਰ ਉਹ ਯੋਗ ਨੇ, ਰਾਈਟ। ਦੂਸਰਾ, ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਚੁਣਿਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ, ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਨੇ, ਉਹਨਾਂ ਦੇ ਵੱਡੇ ਭਰਾ ਵੀ ਨੇ ਰਾਮ ਰਾਏ, ਰਾਈਟ। ਉਹ ਵੀ ਬਹੁਤ ਬਾਣੀ ਪੜ੍ਹਦੇ ਨੇ, ਬਲਕਿ ਦੋਨਾਂ ਨੇ ਗੁਰੂ ਪਿਤਾ ਦੀ ਗੋਦ ਵਿੱਚ ਬਹਿ ਕੇ ਬਾਣੀ ਪੜ੍ਹੀ, ਦੋਨਾਂ ਵੀਰਾਂ ਨੇ। ਠੀਕ। ਰਾਮ ਰਾਏ ਜੀ ਨੇ ਵੀ, ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਵੀ। ਗੁਰੂ ਹਰਿ ਸਾਹਿਬ ਪਾਤਸ਼ਾਹ ਨੇ ਦੋਨਾਂ ਨੂੰ ਬਰਾਬਰ ਪਾਲਿਆ, ਬਰਾਬਰ ਗੁਰਬਾਣੀ ਨਾਲ ਜੋੜਿਆ। ਇਤਿਹਾਸ ਇਸ ਗੱਲ ਦਾ ਗਵਾਹ ਕਿ ਦੋਨੋਂ ਬਾਣੀ ਪੜ੍ਹਦੇ ਨੇ। ਪਰ ਜਦੋਂ ਵਰਖਾ ਹੁੰਦੀ ਹੈ ਨਾ, ਦਿਨ ਰਾਤ ਮੀਂਹ ਪੈਂਦਾ ਹੋਵੇ, ਮੌਲੇ ਧਾਰ ਵਰਖਾ ਹੁੰਦੀ ਹੋਵੇ, ਜਦੋਂ ਪਹਾੜਾਂ ਤੇ ਦਿਨ ਰਾਤ 24 ਘੰਟੇ ਮੀਂਹ ਪੈਂਦਾ ਹੈ ਤੇ ਮੀਂਹ ਰੁਕਣ ਤੋਂ ਬਾਅਦ ਕਦੀ ਜਾ ਕੇ ਦੇਖੋ, ਪਹਾੜ ਦੀ ਚੋਟੀ ਉੱਪਰ 4 ਬੂੰਦਾਂ ਵੀ ਪਾਣੀ ਦੀਆਂ ਨਹੀਂ ਮਿਲਦੀਆਂ। ਸਾਰਾ ਪਾਣੀ ਰੁੜ ਜਾਂਦਾ ਹੈ, ਨੀਵਾਂ ਵਾਲਾ ਜਾਂਦਾ ਹੈ। ਮੈਦਾਨੀ ਇਲਾਕਿਆਂ 'ਚ 1-2 ਘੰਟੇ ਵੀ ਮੀਂਹ ਪਿਆ ਹੋਵੇ, ਜਿੰਨੇ ਡੂੰਘੇ ਤਲਾਅ, ਸਰੋਵਰ ਆਦਿ ਕੋ ਪਾਣੀ ਨਾਲ ਲਬਾਲਬ ਭਰ ਜਾਂਦੇ ਨੇ। ਗੁਰੂ ਹਰਿ ਸਾਹਿਬ ਪਾਤਸ਼ਾਹ ਨੇ ਤੇ ਇੱਕੋ ਜਿਹੀ ਸ਼ਬਦ ਦੀ ਦੋਹਾਂ ਪੁੱਤਰਾਂ ਦੇ ਉੱਪਰ ਵਰਖਾ ਕੀਤੀ। ਰਾਮ ਰਾਏ ਦਾ ਹਿਰਦਾ ਪਹਾੜੀ ਵਰਗਾ ਹੈ, ਉਹ ਹੰਕਾਰੀ ਹੋਣ ਕਰਕੇ
ਗੁਰੂ ਦੀ ਰਹਿਮਤ ਦੀ ਵਰਖਾ ਉਹਦੇ ਤੇ ਟਿਕ ਨਹੀਂ ਸਕੀ ਜੀ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨਿਮਰਤਾ ਵਿੱਚ ਡੂੰਘੇ ਸਨ ਜੀ। ਬਾਣੀ ਲਬਾ ਲਬ ਉਹਨਾਂ ਦੇ ਹਿਰਦੇ 'ਚ ਭਰੀ ਗਈ, ਬਾਣੀ ਦੇ ਵਿੱਚ ਉਹ ਭਰੇ ਗਏ, ਜਿਹਨੂੰ ਭਗਤ ਫਰੀਦ ਜੀ ਨੇ ਵੀ ਬਾਣੀ ਵਿੱਚ ਕਹਿ ਦਿੱਤਾ ਜੀ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ, ਜਿਹਨਾਂ ਨੂੰ ਆਪਣੀਆਂ ਵਡਿਆਈਆਂ ਦਾ ਹੰਕਾਰ ਹੈ, ਧਨ ਦਾ ਜਵਾਨੀ ਦਾ ਹੰਕਾਰ ਹੈ। ਸਮਝ ਲਓ ਇਸ ਤਰ੍ਹਾਂ ਕਿ ਜਿਵੇਂ ਪਹਾੜੀ ਉੱਪਰ ਮੀਂਹ ਪੈਂਦਾ ਹੋਵੇ ਪਰ ਪਾਣੀ ਨਹੀਂ ਟਿਕਦਾ। ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ, ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉਮੀਆਂ। ਜਿਵੇਂ ਟਿੱਬੇ ਤੇ ਮੀਂਹ ਪੈਂਦਾ ਹੈ ਪਾਣੀ ਰੁੜ ਜਾਂਦਾ ਹੈ, ਉਸ ਤਰ੍ਹਾਂ ਉਹਨਾਂ ਦੇ ਹਿਰਦੇ ਖਾਲੀ ਰਹਿ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ ਹੰਕਾਰ ਵਾਂਗੂ ਪਹਾੜੀ ਬਣੇ ਹੋਣ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਹਿਰਦਾ ਨਿਮਰਤਾ ਦੇ ਨਾਲ ਭਰਿਆ ਹੋਇਆ, ਬਾਣੀ ਲਬਾ ਲਬ ਵਰਖਾ ਜਿਹੜੀ ਉਹਨਾਂ ਉੱਪਰ ਵੀ ਹੋਈ, ਉਹਨਾਂ ਨੇ ਸਾਂਭ ਲਿਆ। ਅੱਜ ਵੀ ਸਾਡੇ ਗੁਰਦੁਆਰਿਆਂ ਵਿੱਚ ਸਵੇਰੇ ਸ਼ਾਮ ਬਾਣੀ ਦੀ ਵਰਖਾ ਹੋ ਰਹੀ ਹੈ, ਬਿਲਕੁਲ, ਔਰ ਬਹੁਤ ਹੋ ਰਹੀ ਹੈ, ਅੱਗੇ ਨਾਲੋਂ ਜ਼ਿਆਦਾ ਹੀ ਹੋ ਰਹੀ ਹੈ। ਅਖੰਡ ਪਾਠ ਚੱਲ ਰਹੇ ਨੇ, ਸਹਿਜ ਪਾਠ ਚੱਲ ਰਹੇ ਨੇ, ਪਾਠ ਕਥਾ ਕੀਰਤਨ ਵਰਖਾ ਤੇ ਦਿਨ ਰਾਤ ਹੋ ਰਹੀ ਹੈ, ਪਰ ਅਸੀਂ ਬਾਣੀ 'ਚ ਭੇਜ ਨਹੀਂ ਰਹੇ ਹਾਂ, ਠਹਿਰ ਨਹੀਂ ਰਹੀ ਹੋ। ਹਾਂ, ਕਿਉਂਕਿ ਹੰਕਾਰ ਨਾਲ ਜਿਹੜੀ ਹੈਗੀ ਉਹ ਚੀਜ਼ ਜੁੜ ਗਈ। ਜਿਸ ਤਰ੍ਹਾਂ ਤੁਸੀਂ ਬੜਾ ਸੋਹਣਾ ਐਗਜ਼ਾਮਪਲ ਦਿੱਤਾ ਹੈ ਕਿ ਪਹਾੜ ਦੇ ਉੱਤੇ ਪਾਣੀ ਜਿਹੜਾ ਬਿਲਕੁਲ ਨਹੀਂ ਰਹਿ ਸਕਦਾ, ਉਹ ਤਾਂ ਨਿਵਾਨ ਨੂੰ ਹੀ ਜਾਂਦਾ, ਪਾਣੀ ਚੱਲੇ ਨਿਵਾਨ ਨੂੰ ਜੋ ਅਸੀਂ ਸੁਣਦੇ। ਬਿਲਕੁਲ, ਪਾਣੀ ਚੱਲੇ ਨਿਵਾਨ ਨੂੰ। ਸਾਡੇ ਹਿਰਦੇ ਤੇ ਹੰਕਾਰੀ ਹੋਏ ਬੈਠੇ ਪਏ ਨੇ। ਗੁਰੂ ਦੀ ਵਰਖਾ ਕਿਵੇਂ ਟਿਕੇ? ਜਾਂ ਅਸੀਂ ਗੁਰਦੁਆਰੇ ਜਦੋਂ ਆਉਂਦੇ ਹਾਂ ਅਸੀਂ ਰੇਨ ਪ੍ਰੂਫ ਬਣ ਕੇ ਆ ਜਾਂਦੇ ਹਾਂ, ਵੀ ਕਿਤੇ ਭਿੱਜ ਨਾ ਜਾਈਏ ਸ਼ਬਦ ਵਿੱਚ। ਇਸ ਕਰਕੇ ਇੱਕ ਕੰਨ ਚੋਂ ਸੁਣ ਕੇ ਦੂਸਰੇ ਕੰਨ ਚੋਂ ਤੇ ਕੱਢ ਦਿੰਦੇ ਹਾਂ, ਪਰ ਉਸ ਬਾਣੀ ਵਰਖਾ ਨੂੰ ਆਪਣੇ ਅੰਦਰ ਨਹੀਂ ਰਚਾਉਂਦੇ ਮਚਾਉਂਦੇ। ਜਦੋਂ ਅੰਦਰ ਨਹੀਂ ਬਾਣੀ ਰਚਦੀ ਉਦੋਂ ਅਸੀਂ ਸੁੱਕੇ ਰਹਿ ਜਾਂਦੇ ਹਾਂ, ਭਿੱਜਦੇ ਨਹੀਂ ਹਾਂ ਜੀ। ਅੱਜ ਵੀ ਦਿਨ ਰਾਤ ਵਰਖਾ ਹੋ ਰਹੀ ਹੈ, ਪਰ ਕਦੀ ਗੁਰੂ ਸਾਹਿਬ ਨੇ ਬਾਣੀ 'ਚ ਗੱਲ ਕਹੀ ਸੀ, ਏਤੈ ਜਲ ਵਰਸਦੈ ਤਿਖ ਮਰੈ ਭਾਗ ਤੇ ਨਾ ਕਿਨਾ ਹੈ। ਜਿਹੜੇ ਇੰਨੀ ਵਰਦੀ ਵਰਖਾ ਵਿੱਚੋਂ ਵੀ ਪਿਆਸੇ ਉੱਠ ਕੇ ਚਲੇ ਜਾਣ, ਫਿਰ ਸਮਝੋ ਉਹਨਾਂ ਦੇ ਭਾਗ ਨਹੀਂ ਹੈਗੇ, ਉਹ ਮੰਦੇ ਭਾਗ ਨੇ। ਗੁਰੂ ਦਰਬਾਰ ਵਿੱਚ ਰੋਂਦੇ ਆਏ, ਰੋਂਦੇ ਹੀ ਚਲੇ ਗਏ। ਕ੍ਰੋਧੀ ਆਏ ਸੀ, ਕ੍ਰੋਧੀ ਚਲੇ ਗਏ। ਨਿੰਦਿਆ ਚੁਗਲੀ ਕਰਦੇ ਗੁਰੂ ਦਰਬਾਰ 'ਚ ਆਏ ਸੀ, ਜਾ ਕੇ ਫਿਰ ਨਿੰਦਿਆ ਚੁਗਲੀ ਕਰ ਰਹੇ ਨੇ। ਇੰਨੀ ਵਰਖਾ ਹੋਣ ਦੇ ਬਾਵਜੂਦ ਵੀ ਉਹ ਪਿਆਸੇ ਰਹਿ ਗਏ। ਇੱਤੈ ਜਲ ਵਰਸਦੈ ਤਿਖ ਮਰੈ ਭਾਗ ਤੇ ਨਾ ਕਿਨਾ ਹੈ। ਸਮਝ ਲਓ ਮੰਦੇ ਭਾਗ ਨੇ, ਗੁਰਬਾਣੀ ਦੀ ਵਰਖਾ ਵਿੱਚੋਂ ਵੀ ਕੁਝ ਲੈ ਨਹੀਂ ਸਕੇ ਜੀ। ਰਾਮ ਰਾਏ ਸੱਚਮੁੱਚ ਕੁਛ ਨਹੀਂ ਲੈ ਸਕਿਆ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਸਾਹਿਬਜ਼ਾਦੇ ਰੂਪ ਵਿੱਚ ਬਾਣੀ ਦੇ ਖਜ਼ਾਨੇ ਨਾਲ ਲਬਾਲਬ ਭਰੇ ਗਏ। ਉਹ ਸਮਾਂ ਆਇਆ ਜਦੋਂ ਗੁਰੂ ਹਰਿ ਸਾਹਿਬ ਪਾਤਸ਼ਾਹ ਨੇ ਦੇਖਿਆ ਸਾਡਾ ਅੰਤਲਾ ਸਮਾਂ ਹੈ ਜੀ। ਸਿੱਖ ਸੰਗਤਾਂ ਨੂੰ ਇਕੱਤਰ ਕੀਤਾ, ਇਕੱਤਰ ਕਰਕੇ ਕਹਿ ਦਿੱਤਾ ਕਿ ਸਾਡਾ ਸਰੀਰ ਜਿਹੜਾ ਨਾ ਥੋੜ ਚਿਰਾ ਹੈ। ਸਾਰੇ ਸਰੀਰ ਥੋੜ ਚਿਰੇ ਨੇ। ਜਿਸ ਸਰੀਰ ਦਾ ਜਨਮ ਹੈ ਉਸ ਸਰੀਰ ਨੇ ਨਿਸ਼ਚਿਤ ਹੀ ਜਾਣਾ ਹੈ ਜੀ। ਜਨਮੰ ਤਾਂ ਮਰਨੰ, ਇਹ ਗੁਰਮਤਿ ਦਾ ਸਿਧਾਂਤ ਹੈ। ਇਸ ਕਰਕੇ ਅਸੀਂ ਵੀ ਚਲੇ ਜਾਣਾ ਹੈ। ਸੰਗਤਾਂ ਜਿਹੜੀਆਂ ਸੀ ਉਹ ਵਿਆਕੁਲ ਹੋ ਗਈਆਂ, ਸ਼ੋਕਾਤੁਰ ਹੋ ਗਈਆਂ ਹੈ। ਗੁਰੂ ਹਰਿ ਸਾਹਿਬ ਪਾਤਸ਼ਾਹ ਨੇ ਸਾਡੇ ਤੋਂ ਵਿਛੜ ਜਾਣਾ ਹੈ ਜੀ। ਸਤਿਗੁਰੂ ਕਹਿਣ ਲੱਗੇ, ਨਹੀਂ, ਉਦਾਸ ਨਾ ਹੋਵੋ। ਜਿਵੇਂ ਸਾਗਰ ਦਾ ਪਾਣੀ, ਉਹੀ ਪਾਣੀ ਭਾਫ ਬਣ ਕੇ ਉੱਡਦਾ ਹੈ ਜੀ, ਬੱਦਲ ਹੋ ਜਾਂਦਾ ਹੈ। ਬੱਦਲ ਬਣ ਕੇ ਉਹ ਵਰਖਾ ਕਰਦਾ ਹੈ, ਮੀਂਹ ਹੋ ਜਾਂਦਾ ਹੈ। ਮੀਂਹ ਬਣ ਕੇ ਉਹ ਦਰਿਆ ਨਦੀ ਬਣ ਜਾਂਦਾ ਹੈ। ਦਰਿਆ ਬਣ ਕੇ ਫਿਰ ਉਹ ਸਾਗਰ ਵਿੱਚ ਲੀਨ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਨੇ ਮੁੱਕਣਾ ਨਹੀਂ ਹੈ। ਗੁਰੂ ਬੱਦਲ ਬਣ ਕੇ ਆਇਆ ਸੀ ਇਸ ਦੁਨੀਆ ਦੇ ਉੱਪਰ। ਗੁਰੂ ਨੇ ਸ਼ਬਦ ਦੀ ਵਰਖਾ ਕੀਤੀ। ਹੁਣ ਸ਼ਬਦ ਰੂਪ ਗੁਰੂ ਨੇ ਫਿਰ ਰੱਬ 'ਚ ਭੇਦ ਹੋ ਜਾਣਾ ਹੈ। ਇਹ ਜੋਤ ਨੇ ਕਾਇਮ ਰਹਿਣਾ ਹੈ, ਗੁਰੂ ਨੇ ਮਰਨਾ ਨਹੀਂ ਹੈ। ਸਰੀਰ ਨੇ ਨਹੀਂ ਰਹਿਣਾ, ਨੇ ਚਲੇ ਜਾਣਾ ਹੈ, ਪਰ ਗੁਰੂ ਸਦੀਵ ਹੈ ਜੀ। ਗੁਰੂ ਕਦੀ ਮਰਦਾ ਨਹੀਂ ਹੈ। ਇਸ ਕਰਕੇ ਉਦਾਸ ਨਾ ਹੋਵੋ, ਅਸੀਂ ਰਵਾਂਗੇ ਇਸ ਸਰੀਰ 'ਚ ਨਹੀਂ, ਪਰ ਹੋਰ ਸਰੀਰ ਵਿੱਚ ਜੀ। ਉਹ ਕਿਵੇਂ? ਸਤਿਗੁਰੂ ਪਾਤਸ਼ਾਹ ਜੀ ਨੇ ਸਾਹਿਬਜ਼ਾਦੇ ਨੂੰ ਬੁਲਾਇਆ ਦਰਬਾਰ ਦੇ ਵਿੱਚ। ਸਾਹਿਬਜ਼ਾਦਾ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਗੁਰੂ ਪਿਤਾ ਨੂੰ ਜੀ। ਗੁਰੂ ਹਰਿ ਸਾਹਿਬ ਪਾਤਸ਼ਾਹ ਸਿੰਘਾਸਨ ਤੋਂ ਉੱਠੇ, ਆਪਣੇ ਪੁੱਤਰ ਨੂੰ ਸਿੰਘਾਸਨ ਤੇ ਸੁਸ਼ੋਭਿਤ ਕੀਤਾ, ਮੱਥਾ ਟੇਕ ਕੇ ਕਹਿ ਦਿੱਤਾ, ਅੱਜ ਤੋਂ ਬਾਅਦ ਤੁਸੀਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਹੋ ਗਏ। ਮੈਂ ਤੁਹਾਡਾ ਸਿੱਖ ਹੋ ਗਿਆ। ਤੁਸੀਂ ਗੁਰੂ ਬਣ ਕੇ ਉਪਦੇਸ਼ ਕਰੋ, ਮੈਂ ਸਿੱਖ ਬਣ ਕੇ ਤੁਹਾਡੇ ਤੋਂ ਉਪਦੇਸ਼ ਸੁਣਾਂਗਾ। ਆਪੇ ਗੁਰਚੇਲਾ ਦੀ ਗੁਰੂ ਨਾਨਕ ਦੀ ਰੀਤ ਅੱਗੇ ਤੋਰ ਦਿੱਤੀ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਗੁਰੂ ਬਣ ਗਏ ਜੀ। ਗੁਰੂ ਬਣਨ ਤੋਂ ਬਾਅਦ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਨੇ ਕੀ ਕੀਤਾ? ਗੁਰਬਾਣੀ ਕੀਰਤਨ ਸੁਣਿਆ। ਕੀਰਤਨ ਸੁਣਦਿਆਂ ਲੀਨ ਹੋ ਗਏ। ਸਾਰੀ ਸਿੱਖ ਸੰਗਤ ਬੜਾ ਸਨੇਹ ਸੀ ਗੁਰੂ ਦੇ ਨਾਲ ਇਕੱਠੀ ਹੋਈ। ਪਰ 5 ਸਾਲ 3 ਮਹੀਨੇ ਦੀ ਉਮਰ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਯੋਗ ਅਗਵਾਈ ਕੀਤੀ ਜੀ। ਉਸ ਯੋਗ ਅਗਵਾਈ ਦੇ ਵਿੱਚ ਸਿੱਖ ਸੰਗਤਾਂ ਨੂੰ ਡੋਲਣ ਨਹੀਂ ਦਿੱਤਾ। ਜਦੋਂ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਦਾ ਸਰੀਰ ਚਿਖਾ ਤੇ ਰੱਖਿਆ ਗਿਆ ਜੀ, ਜਦੋਂ ਸੰਸਕਾਰ ਕਰਨ ਲੱਗੇ,
ਉਦੋਂ ਸੰਗਤਾਂ ਦੇ ਵਿੱਚੋਂ ਕਈਆਂ ਦੇ ਨੈਣ ਛਲਕੇ, ਕਈਆਂ ਦੀ ਸਿਸਕੀਆਂ ਦੀ ਆਵਾਜ਼ ਆਈ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਸੁਣੀ। ਦੇਖੋ ਕਿੰਨੇ ਸੁਚੇਤ ਹੋਣਗੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ, ਜਿਹੜੇ ਸੰਗਤਾਂ ਦੀ ਆਵਾਜ਼ ਸਿਸਕਿਆਂ ਨੂੰ ਸੁਣ ਰਹੇ ਨੇ, ਪਰ ਸੁਣ ਕੇ ਨਾਲ ਦੇ ਨਾਲ ਉਹਨਾਂ ਨੂੰ ਇੱਕ ਅਗਵਾਈ ਵੀ ਦੇ ਰਹੇ ਨੇ। ਠੀਕ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਉੱਥੇ ਇੱਕ ਬਾਣੀ ਦੀ ਪੰਕਤੀ ਕਹੀ। ਦੇਖੋ ਬਾਣੀ ਕਿੰਨੀ ਉਹਨਾਂ ਨੂੰ ਯਾਦ ਹੈ, ਔਰ ਬਾਣੀ ਰੋਮ ਰੋਮ ਦੇ ਵਿੱਚ ਰਚੀ ਹੋਈ ਹੈ, ਔਰ ਬਾਣੀ ਦਾ ਰੂਪ ਹੋ ਚੁੱਕੇ ਨੇ। ਉਦੋਂ ਇੱਕੋ ਪੰਕਤੀ ਰਚੀ ਸੀ, ਜੈਸੇ ਬਸਤਰ ਦੇ ਉਡਾਨੇ ਦਿਨ ਦੋਏ ਚਾਰ ਪੁਰਾਹਾ ਭੀਤ ਉਪਰੇ केतक धाइए अंत और को आहा। राइट। ये पंक्ति उचारी। सो ये पंक्ति की दर्शांदी जी, इहदे बारे गलबात करनी है इस छोटी जी ब्रेक तो बाद। Home is a place where everybody remembers the best moments of their life, a place where we want to live in comfort with our loved ones. But this is only possible when we convert our house into a home. For all new houses, from framing, designing, detailing and finishing of spec homes to custom homes, and from drapery and decoration accessories, you can take the professional services of SK Home Designs. Contact Sandeep Kaur at 604-825-9295. ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਬ੍ਰੇਕ ਤੋਂ ਬਾਅਦ। ਆਓ ਹੋਰ ਜਾਣਕਾਰੀ ਲੈਣੇ ਆ ਭਾਈ ਸਾਹਿਬ ਤੋਂ। ਤੇ ਬ੍ਰੇਕ ਤੋਂ ਪਹਿਲਾਂ ਜਿਹੜੀ ਇਹਨਾਂ ਨੇ ਬਾਣੀ ਦੀ ਤੁਕ ਦੀ ਜਿਹੜਾ ਜ਼ਿਕਰ ਕੀਤਾ ਸੀ, ਉਸ ਵਿੱਚ ਗੁਰੂ ਸਾਹਿਬ ਨੇ ਕਿਉਂ ਇਹ ਬਾਣੀ ਉਸ ਸਮੇਂ ਪੜ੍ਹੀ ਸੀ ਤੇ ਇਸ ਵਿੱਚੋਂ ਕੀ ਸੰਕੇਤ ਦਿੱਤਾ ਸੀ, ਆਓ ਕੋਈ ਜਾਣਕਾਰੀ ਲੈਣੇ। ਜੀ ਭਾਈ ਸਾਹਿਬ। ਸਰਦਾਰ ਹਰਪ੍ਰੀਤ ਸਿੰਘ ਜੀ, ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਸੁਣਿਆ ਕਿ ਸੰਗਤਾਂ ਦੇ ਨੈਣ ਵੀ ਛਲਕ ਰਹੇ ਨੇ, ਸਿਸਕੀਆਂ ਦੀ ਆਵਾਜ਼ ਆ ਰਹੀ ਹੈ ਜੀ, ਤੇ ਉਹ ਕਿੰਨੇ ਸਮਰੱਥ ਗੁਰੂ ਹੋਣਗੇ, ਔਰ ਹੈ ਨੇ ਸਮਰੱਥ ਗੁਰੂ ਨੇ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ, ਜਿਨ੍ਹਾਂ ਨੇ ਫਿਰ ਇੱਕ ਉਪਦੇਸ਼ ਦਿੱਤਾ। ਦੇਖੋ ਇਹੀ ਧਰਮ ਹੈ, ਇਹੀ ਸਿੱਖੀ ਹੈ ਕਿ ਸੁੱਖ ਦੁੱਖ ਵਿੱਚ ਸਮ ਹੋ ਜਾਣਾ। ਬਿਲਕੁਲ। ਜਿਹੜੀਆਂ ਸੰਗਤਾਂ ਅਜੇ ਸਿਸਕੀਆਂ ਲੈ ਰਹੀਆਂ ਨੇ, ਇਹਦਾ ਮਤਲਬ ਸਮ ਨਹੀਂ ਸੀ, ਇਸ ਕਰਕੇ ਗੁਰੂ ਪਦਵੀ ਤੱਕ ਉਹ ਨਹੀਂ ਪਹੁੰਚੇ ਉਹਨਾਂ ਚੋਂ ਕੋਈ। ਗੁਰੂ ਪਦਵੀ ਤੱਕ ਉਹ ਪਹੁੰਚੇਗਾ ਜਿਹੜਾ ਸੁੱਖ ਦੁੱਖ ਸਮ ਕਰ ਲਏਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਇਹ ਨਹੀਂ ਵੀ ਦੁੱਖ ਨਹੀਂ ਆਇਆ, ਦੁੱਖ ਦੇ ਵਿੱਚ ਰਹਿੰਦਿਆਂ ਹੋਇਆਂ ਦੁੱਖ ਮੈਂ ਦੁੱਖ ਨਹੀਂ ਮੰਨੈ। ਸੁੱਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ। ਠੀਕ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਸਾਹਮਣੇ ਕੋਈ ਸੋਚੇ ਵੀ ਇਹ ਤੇ ਛੋਟਾ ਬੱਚਾ ਹੈ, ਵੀ ਸ਼ਾਇਦ ਇਹ ਵੀ ਪਿਤਾ ਦੀ ਮੌਤ ਤੇ ਰੋਣ ਲੱਗ ਜਾਣਗੇ, ਨਹੀਂ, ਉਹ ਤੇ ਰੋਂਦਿਆਂ ਨੂੰ ਚੁੱਪ ਕਰਾ ਰਹੇ ਨੇ। ਸਤਿਗੁਰੂ ਨੇ ਫਿਰ ਇੱਕ ਬਾਣੀ ਦੀ ਪੰਕਤੀ ਉੱਥੇ ਉਚਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਜੈਸੇ ਬਸਤਰ ਦੇ ਉਡਾਨੇ ਦਿਨ ਦੋਏ ਚਾਰ ਪੁਰਾਹਾ। ਕਹਿੰਦਾ ਕਿ ਜਿਵੇਂ ਅਸੀਂ ਤਨ ਤੇ ਬਸਤਰ ਪਾਉਂਦੇ ਆ, ਹੁਣ ਬਸਤਰ ਸਦਾ ਨਹੀਂ ਰਹਿੰਦੇ, ਆਖਰ ਸਾਲ 2 ਸਾਲ 5 10 ਸਾਲ ਬਾਅਦ ਹੌਲੀ ਹੌਲੀ ਇਹ ਖਤਮ ਹੋ ਜਾਂਦੇ ਨੇ, ਫਟ ਜਾਂਦੇ ਨੇ, ਜਰਾ ਜੀਰਨ ਹੋ ਜਾਂਦੇ ਨੇ, ਇਹਨਾਂ ਸਦਾ ਨਹੀਂ ਰਹਿਣਾ। ਇਸੇ ਤਰ੍ਹਾਂ ਸਾਡੇ ਸਰੀਰ ਜਿਹੜੇ ਨੇ, ਅਸੀਂ ਸਰੀਰ ਨਹੀਂ ਆ, ਇਹ ਸਾਡੇ ਬਸਤਰ ਨੇ। ਹੁਣ ਮੈਂ ਕਹਿੰਦਾ ਵਾ ਵੀ ਮੈਂ ਕਮੀਜ਼ ਪਾਈ ਹੈ, ਇਹ ਮੇਰੀ ਕਮੀਜ਼ ਹੈ ਜੀ, ਇਹਦਾ ਮਤਲਬ ਇਹ ਨਾ ਵੀ ਕਮੀਜ਼ ਮੇਰੀ, ਮੈਂ ਕਮੀਜ਼ ਤੇ ਨਹੀਂ ਨਾ, ਮੈਂ ਤੇ ਕੁਝ ਹੋਰ ਹਾਂ। ਕਮੀਜ਼ ਮੇਰੀ ਜ਼ਰੂਰ ਹੈ, ਪਰ ਮੈਂ ਕਮੀਜ਼ ਨਹੀਂ ਆ ਜੀ। ਇਸੇ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਇਹ ਮੇਰੀ ਬਾਂਹ ਹੈ, ਪਰ ਮੈਂ ਬਾਂਹ ਨਹੀਂ ਆ ਜੀ। ਇਹ ਮੇਰੀ ਲੱਤ ਹੈ, ਪਰ ਮੈਂ ਲੱਤ ਨਹੀਂ ਆ। ਇਹ ਬਾਂਹ ਜ਼ਰੂਰ ਮੇਰੀ ਹੈ, ਪਰ ਮੈਂ ਬਾਂਹ ਨਹੀਂ ਆ। ਠੀਕ। ਇਸ ਤਰ੍ਹਾਂ ਇਹ ਜਿਹੜਾ ਮੇਰਾ ਸਰੀਰ ਹੈ, ਇਹ ਕੱਪੜਾ ਹੈ ਮੇਰਾ, ਜਿਹਨੂੰ ਮੈਂ ਪਹਿਨਿਆ ਹੋਇਆ ਹੈ ਜੀ, ਜਿਹਨੂੰ ਮੈਂ ਆਖਰ ਇੱਕ ਨਾ ਇੱਕ ਦਿਨ ਲਾ ਹੀ ਦੇਣਾ ਹੈ। ਬਿਲਕੁਲ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਕੀਤਾ ਕਿ ਸਰੀਰ ਚਮੜੀ ਤੇ ਇੱਕ ਕੱਪੜਾ ਹੈ ਜੀ। ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਉਹ ਚੋਲਾ ਲਾ ਦਿੱਤਾ, ਹੁਣ ਆ ਅਗਲਾ ਚੋਲਾ ਸਾਡੇ ਰੂਪ ਦੇ ਵਿੱਚ ਹੈ। ਗੁਰੂ ਸਾਹਿਬ ਕਿਤੇ ਗਏ ਨਹੀਂ ਹੈ, ਅੰਦਰ ਹਿਰਦੇ 'ਚ ਹੀ ਬਿਰਾਜਮਾਨ ਨੇ, ਸ਼ਬਦ ਰੂਪ ਨੇ ਉਹ। ਜੈਸੇ ਬਸਤਰ ਦੇ ਉਡਾਨੇ ਦਿਨ ਦੋਏ ਚਾਰ ਪੁਰਾਹਾ। ਜਿਵੇਂ ਸਰੀਰ ਤੇ ਪਾਏ ਹੋਏ ਵਸਤਰ ਜਿਹੜੇ ਨੇ 2-4 ਦਿਨ ਕੁਝ ਸਾਲਾਂ ਬਾਅਦ ਉਹ ਨਾਸ਼ ਹੋ ਜਾਂਦੇ ਨੇ। ਭੀਤ ਉਪਰੇ ਕੇਤਕ ਧਾਈਐ ਅੰਤ ਔਰ ਕੋ ਆਹਾ। ਭੀਤ ਕਹਿੰਦੇ ਨੇ ਦੀਵਾਰ ਨੂੰ, ਦੀਵਾਰ ਤੇ ਜਿੰਨਾ ਮਰਜ਼ੀ ਦੌੜਦੇ ਰਹੀਏ, ਹੁਣ ਦੀਵਾਰ ਤੇ ਸਦਾ ਨਹੀਂ ਰਹਿੰਦੀ, ਅਖੀਰ ਨਾ ਅਖੀਰ ਉਹਦਾ ਅੰਤ ਆ ਹੀ ਜਾਂਦਾ ਹੈ। ਇਸ ਜ਼ਿੰਦਗੀ ਦੀ ਦੀਵਾਰ ਤੇ ਦੌੜਦਿਆਂ ਕਦੀ ਨਾ ਕਦੀ ਜ਼ਿੰਦਗੀ ਦੀ ਦੀਵਾਰ ਨੇ ਖਤਮ ਹੋਣਾ ਹੀ ਹੋਣਾ ਜੀ। ਹੋ ਸਕਦਾ ਸੰਸਾਰ 'ਚ ਕੋਈ ਇਹੋ ਜਿਹੀ ਦੀਵਾਰ ਬਣ ਜਾਏ ਜਿਹੜੀ ਕਦੀ ਖਤਮ ਨਾ ਹੋਵੇ, ਪਰ ਜ਼ਿੰਦਗੀ ਉਹ ਦੀਵਾਰ ਹੈ ਜਿਹਦਾ ਇੱਕ ਨਾ ਇੱਕ ਦਿਨ ਅੰਤਲਾ ਸਿਰਾ ਆਉਣਾ ਹੀ ਆਉਣਾ ਹੈ। ਸਤਿਗੁਰੂ ਪਾਤਸ਼ਾਹ 5 ਸਾਲ 3 ਮਹੀਨੇ ਉਮਰ ਵਿੱਚ ਵੀ ਉਪਦੇਸ਼ ਕਰ ਰਹੇ ਨੇ, ਸੰਗਤਾਂ ਨੂੰ ਸੁੱਖ ਦੁੱਖ 'ਚ ਸਮ ਰਹਿਣ ਦਾ ਇੱਕ ਗਿਆਨ ਦੇ ਰਹੇ ਨੇ ਕਿ ਸਤਿਗੁਰੂ ਗੁਰੂ ਹਰਿ ਸਾਹਿਬ ਪਾਤਸ਼ਾਹ ਸਰੀਰਕ ਤੌਰ ਤੇ ਨਹੀਂ, ਪਰ ਸ਼ਬਦ ਰੂਪ ਵਿੱਚ ਉਹ ਜੁਗ ਜੁਗ ਅਟਲ ਨੇ। ਸਿੱਖੀ, ਹਾਂਜੀ ਪਲੀਜ਼। ਸਿੱਖੀ ਦੇ ਵਿੱਚ ਇਹ ਸੱਚਮੁੱਚ ਇਹ ਸਿਧਾਂਤ ਹੈ। ਅੱਜ ਵੀ ਅਸੀਂ ਜੀ ਇਹ ਗੱਲ ਦੇਖਦੇ ਹਾਂ
ਕਿ ਸਰੀਰ ਜਿਹੜੇ ਨੇ ਜੀ ਇਹ ਥਿਰ ਨਹੀਂ ਹੈਗੇ। ਠੀਕ 10 ਗੁਰੂ ਸਾਹਿਬਾਨ ਆਏ ਸਰੀਰਕ ਜਾਮਿਆਂ ਵਿੱਚ, ਰਾਈਟ ਸਰੀਰਕ ਜਾਮੇ ਉਹਨਾਂ ਦੇ ਨਹੀਂ ਰਹੇ, ਪਰ ਅੱਜ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਕੋਲ ਗੁਰੂ ਨਾਨਕ ਸਾਹਿਬ ਨਹੀਂ ਹੈਗੇ। ਰਾਈਟ ਅਸੀਂ ਨਹੀਂ ਕਹਿ ਸਕਦੇ ਸਾਡੇ ਕੋਲ ਗੁਰੂ ਅੰਗਦ ਦੇਵ ਪਾਤਸ਼ਾਹ ਨਹੀਂ ਹੈਗੇ, ਹੈਗੇ ਨੇ। ਸਾਡੇ ਕੋਲ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਉਹ ਜੁਗੋ ਜੁਗ ਅਟਲ ਹੋ ਗਏ ਨੇ। ਰਾਈਟ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਉਹ ਸਿੱਖ ਦਾ ਗੁਰੂ ਹੈ, ਜਿਹਦੇ ਵਿੱਚ ਉਹਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਪਾਤਸ਼ਾਹ 10 ਹੀ ਗੁਰੂਆਂ ਦੇ ਦਰਸ਼ਨ ਕਰਨੇ ਨੇ। ਰਾਈਟ ਹੁਣ ਸਵਾਲ ਇੱਥੇ ਆਉਂਦਾ ਹੈ ਕਿ ਜਿਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉਮਰ ਬਹੁਤ ਘੱਟ ਸੀ, ਲੇਕਿਨ ਭਗਤਾਂ ਦੀ ਹੋਰ ਗੁਰੂ ਸਾਹਿਬ ਨੇ ਬਾਣੀ ਜਿਹੜੀ ਅੰਕਿਤ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀ ਕੋਈ ਬਾਣੀ ਨਹੀਂ ਉਚਾਰੀ? ਫਿਰ ਇਸ ਦਾ ਮਤਲਬ ਹੋਇਆ ਜਾਂ ਉਹਨਾਂ ਦੀ ਬਾਣੀ ਅੰਕਿਤ ਨਹੀਂ ਕੀਤੀ ਗਈ? ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਸੱਚਮੁੱਚ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗੀ ਹੈ, ਔਰ ਉਹਨਾਂ ਨੇ ਉਚਾਰੀ ਵੀ ਨਹੀਂ ਹੈ। ਜੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ, ਉਹਨਾਂ ਦੀ ਤੇ ਉਮਰ ਕਾਫੀ ਲੰਮੀ ਰਹੀ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਤੇ ਛੋਟੀ ਉਮਰ ਵਿੱਚ ਹੀ ਪਿਆਨਾ ਕਰ ਗਏ ਸੀ, ਪੌਣੇ 8 ਸਾਲ ਦੀ ਉਮਰ 'ਚ। ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਉਮਰ ਕਾਫੀ ਲੰਮੀ ਰਹੀ, ਠੀਕ ਜੰਗਾਂ ਵੀ ਲੜੀਆਂ, ਉਹਨਾਂ ਨੇ ਵੀ ਬਾਣੀ ਨਹੀਂ ਉਚਾਰੀ। ਜੀ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਦੀ ਉਮਰ ਸੀ, ਉਹਨਾਂ ਨੇ ਵੀ ਬਾਣੀ ਨਹੀਂ ਉਚਾਰੀ। ਰਾਈਟ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਵੀ ਬਾਣੀ ਨਹੀਂ ਉਚਾਰੀ। ਰਾਈਟ ਬਾਣੀ ਉਚਾਰਨ ਦੇ ਉਹ ਸਮਰੱਥ ਨੇ, ਉਚਾਰ ਸਕਦੇ ਨੇ, ਛੋਟੀ ਉਮਰ ਵਿੱਚ ਹੀ ਬਹੁਤ ਬਾਣੀ ਉਚਾਰ ਸਕਦੇ ਨੇ। ਪਰ ਜੇ ਉਸ ਮਾਲਕ ਨੇ ਉਹਨਾਂ ਤੋਂ ਇਹ ਸੇਵਾ ਲੈ ਲਈ ਕਿ ਸਿੱਖੀ ਦੀ ਅਗਵਾਈ ਤੁਸੀਂ ਕਰੋ, ਜੇ ਉਹਨਾਂ ਬਾਣੀ ਨਹੀਂ ਵੀ ਉਚਾਰੀ ਤੇ ਗੁਰੂ ਨਾਨਕ ਦੀ ਬਾਣੀ ਹੀ ਉਹਨਾਂ ਦੀ ਬਾਣੀ ਸਮਝੀ ਜਾਏਗੀ, ਕਿਉਂਕਿ ਸਿਧਾਂਤ ਤੇ ਉਹੀ ਨੇ। ਗੱਲ ਤੇ ਬਾਣੀ ਤਾਂ ਉਚਾਰਨੀ ਵੀ ਸਿਧਾਂਤ ਸਪਸ਼ਟ ਹੋ ਜਾਣ ਜੀ ਕਿ ਤੁਸੀਂ ਸਿੱਖੋ ਆ ਨਹੀਂ ਆ ਕਰੋ। ਜੇ ਸਿਧਾਂਤ ਸਪਸ਼ਟ ਹੋ ਚੁੱਕੇ ਨੇ, ਗੁਰਬਾਣੀ ਦਾ ਗ੍ਰੰਥ ਏਡਾ ਵੱਡਾ ਤਿਆਰ ਹੋ ਚੁੱਕਿਆ ਹੈ, ਅਜੇ ਕੋਈ ਨਵੇਂ ਸਿਧਾਂਤ ਸੰਗਤਾਂ ਨੂੰ ਦੇਣ ਦੀ ਲੋੜ ਨਹੀਂ ਤੇ ਕਾਫੀ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਜਿਹੜੇ ਗੁਰੂ ਸਾਹਿਬਾਨ ਪ੍ਰਚਾਰ ਕਰਨ ਜਾਂਦੇ ਰਹੇ, ਉਹਨਾਂ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਬਾਣੀ ਉਚਾਰ ਕੇ ਗਿਆਨ ਦਿੰਦੇ ਰਹੇ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਦਿੱਲੀ ਤੋਂ ਇਲਾਵਾ ਕਿਤੇ ਵੀ ਨਹੀਂ ਗਏ, ਸਿਰਫ ਆਖਰੀ ਸਫ਼ਰ ਸੀ ਉਹਨਾਂ ਦਾ ਪੰਜਾਬ ਤੋਂ ਰਸਤੇ 'ਚ ਰੁਕ ਕੇ ਦਿੱਲੀ ਤੱਕ ਜਾਣ ਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਾਅਦ ਵਿੱਚੋਂ ਬਹੁਤ ਪ੍ਰਚਾਰ ਕੀਤਾ, ਦੇਸ਼ਾਂ ਵਿਦੇਸ਼ਾਂ 'ਚ ਸਫ਼ਰ ਕੀਤਾ। ਉਹਨਾਂ ਨੇ ਜਿੱਥੇ ਜਿੱਥੇ ਗਏ ਉਹਨਾਂ ਲੋਕਾਂ ਦੇ ਵੀ ਉਹਨਾਂ ਦੀ ਭਾਸ਼ਾ ਦੇ ਵਿੱਚ ਬਾਣੀ ਉਚਾਰੀ। ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪ੍ਰਚਾਰਕ ਦੌਰੇ ਜਿਹੜੇ ਨੇ ਉਹ ਹਿੰਦੂ ਇਲਾਕਿਆਂ ਵੱਲ ਰਹੇ ਨੇ, ਢਾਕਾ, ਬੰਗਾਲ ਆਦਿਕ ਵੱਲ ਨੂੰ। ਇਸ ਕਰਕੇ ਉਹਨਾਂ ਦੀ ਭਾਸ਼ਾ 'ਚ ਉਹਨਾਂ ਨੂੰ ਗਿਆਨ ਦਿੱਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸਾਰੀ ਬਾਣੀ ਹਿੰਦੀ ਵਿੱਚ ਹੈ। ਸਾਰੀਆਂ ਉਦਾਹਰਨਾਂ ਪੁਰਾਣਕ ਗ੍ਰੰਥਾਂ ਵਿੱਚੋਂ ਨੇ, ਗਨਕਾ, ਅਜਾਮਲ, ਦ੍ਰੋਪਦੀ, ਸੁਦਾਮਾ, ਇਹੋ ਜਿਹੀਆਂ ਤੁਹਾਨੂੰ ਉਦਾਹਰਨਾਂ ਮਿਲਣਗੀਆਂ, ਕਿਉਂਕਿ ਉਹਨਾਂ ਲੋਕਾਂ ਦੀ ਲੋੜ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਵੇਲੇ ਹੋ ਸਕਦਾ ਹੈ ਉਹ ਲੋੜ ਨਾ ਉਹਨਾਂ ਮਹਿਸੂਸ ਕੀਤੀ ਹੋਵੇ, ਬਾਣੀ ਦਾ ਖਜ਼ਾਨਾ ਹੈ ਹੀ, ਉਹਨਾਂ ਦੀ ਇਹ ਮੌਜ ਹੈ, ਉਹਨਾਂ ਦੀ ਇਹ ਰਜ਼ਾ ਹੈ। ਪਰ ਉਹ ਪੋਥੀ ਸਾਹਿਬ ਜੋ ਸੀ ਉਹ ਉਸਦਾ ਉਸੇ ਤਰੀਕੇ ਨਾਲ ਜਿਹੜਾ ਗੁਰੂਆਂ ਦੇ ਵੱਲੋਂ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਚੱਲ ਰਹੀ ਸੀ ਰੀਤ, ਇਹ ਚੱਲਦੀ ਰਹੀ ਤੇ ਸੰਗਤਾਂ ਨੂੰ ਉਹੀ ਬਾਣੀ ਨਾਲ ਹੀ ਨਿਹਾਲ ਕੀਤਾ ਜਾਂਦਾ। ਬਿਲਕੁਲ, ਉਦੋਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਚੁੱਕੀ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੇ ਸਰੂਪ ਵੀ ਕੁਝ ਲਿਖੇ ਜਾ ਚੁੱਕੇ ਸਨ, ਜਿਹੜੇ ਸਿੱਖ ਜਿਹੜੇ ਨੇ ਉਹਨਾਂ ਤੋਂ ਬਾਣੀ ਉਤਾਰ ਕੇ ਘਰੋਂ ਘਰੀ ਪੜ੍ਹਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਿੱਖਾਂ ਦਾ 2 ਜ਼ਿਕਰ ਆਉਂਦਾ ਹੈ, 2 ਸਿੱਖਾਂ ਦਾ ਜਿਹੜੇ ਗੁਰਬਾਣੀ ਦੀਆਂ ਪੋਥੀਆਂ ਤਿਆਰ ਕਰਕੇ ਦਿੰਦੇ ਰਹੇ, ਜਿਹਦੇ ਵਿੱਚ ਕੇਹੋ ਜੀ ਤੇ ਸੈਦਾ ਜੀ, ਸੈਦਾ ਕੇਹੋ ਜੀ ਜਿਹੜੇ ਨੇ ਇਹ ਵੀ ਬਾਣੀ ਦੀਆਂ ਪੋਥੀਆਂ ਲਿਖਦੇ ਰਹੇ, ਜਿਹੜੀਆਂ ਆਮ ਪ੍ਰਚਲਿਤ ਬਾਣੀਆਂ ਜਾਂ ਜਿਨ੍ਹਾਂ ਵਿੱਚੋਂ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਜਲਦੀ ਸਮਝ ਆ ਰਹੀ ਸੀ, ਉਹ ਬਾਣੀਆਂ ਦੇ ਗੁਟਕੇ ਤਿਆਰ ਕਰਕੇ ਸੈਦੋ ਕੇਹੋ ਜੀ ਵਰਗੇ ਜਿਹੜੇ ਸਿੱਖ ਸੀ ਉਹ ਸੰਗਤਾਂ ਨੂੰ ਦਿੰਦੇ ਰਹੇ। ਸੋ ਗੁਰੂ ਨਾਮ ਦਾ ਜਿਹੜਾ ਪੀਰੀਅਡ ਹੈਗਾ ਸੀ, ਕਿਉਂਕਿ ਬਹੁਤ ਘੱਟ ਸੀ, 5 ਸਾਲ 3 ਮਹੀਨੇ ਦੀ ਉਮਰ ਸੀ ਜਦੋਂ ਉਹਨਾਂ ਨੇ ਗੁਰਗੱਦੀ ਲਈ, ਤੇ ਉਸ ਤੋਂ ਬਾਅਦ ਪੌਣੇ 8 ਸਾਲ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਜੋਤੀ ਜੋਤ ਹੋ ਗਏ, ਸਮਾ ਗਏ, ਤਾਂ ਇਸ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਫਿਰ ਦਿੱਲੀ 'ਚ ਹੀ ਰਹਿ ਕੇ ਉਹ ਪ੍ਰਚਾਰ ਕਰਦੇ ਰਹੇ ਸਿੱਖੀ ਦਾ, ਤੇ ਸਿੱਖੀ ਕੀ ਉਸ ਸਮੇਂ ਪ੍ਰਫੁੱਲਤ ਹੁੰਦੀ ਰਹੀ? ਬਿਲਕੁਲ ਜੀ, ਉਸ ਸਮੇਂ ਸਗੋਂ ਭਿਆਨਕ ਇੰਨਾ ਸਮਾਂ ਸੀ ਕਿ ਇੱਕ ਤੇ ਲੋਕਾਂ ਸੋਚਿਆ ਵੀ 5.25 ਸਾਲ ਦੀ ਉਮਰ ਦੇ ਨੇ ਬੱਚੇ ਨੇ, ਹੁਣ ਜੋ ਮਰਜ਼ੀ ਕਰ ਲਓ। ਉਦੋਂ ਰਾਮ ਰਾਏ ਦੀਆਂ ਕਾਰਵਾਈਆਂ ਵੀ ਤੇਜ਼ ਹੋ ਗਈਆਂ ਸਨ। ਰਾਮ ਰਾਏ ਤੋਂ ਇਲਾਵਾ ਧੀਰਮਲ ਦੀਆਂ ਕਾਰਵਾਈਆਂ ਹੋਰ ਤੇਜ਼ ਹੋ ਗਈਆਂ ਸਨ, ਕਿਉਂਕਿ ਉਹਨੂੰ ਗੱਦੀ ਨਹੀਂ ਸੀ ਮਿਲੀ, ਗੁਰੂ ਹਰਿ ਸਾਹਿਬ ਪਾਤਸ਼ਾਹ ਨੂੰ ਮਿਲ ਗਈ ਸੀ। ਫਿਰ ਅੱਗੋਂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੂੰ ਮਿਲ ਗਈ, ਧੀਰਮਲ ਦੀਆਂ ਕਾਰਵਾਈਆਂ ਹੋਰ ਤੇਜ਼ ਹੋ ਗਈਆਂ। ਇਹਨਾਂ ਨੇ ਸਮੇਂ ਦੇ ਬਾਦਸ਼ਾਹਾਂ ਨੂੰ ਗੁਰੂ ਨਾਨਕ ਦੇ ਘਰ ਦੇ ਖਿਲਾਫ ਭੜਕਾ ਦਿੱਤਾ ਸੀ। ਮਸੰਦ ਵੀ ਧੀਰਮਲ ਨੇ ਆਪਣੇ ਨਾਲ ਗੰਢ ਲਏ ਸਨ। ਇਹੀ ਕਾਰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਦੇ ਅੰਤਲੇ ਸਮੇਂ ਹੁੰਦੇ ਹੁੰਦੇ ਧੀਰਮਲ ਤੇ ਹੋਰ ਕਈ ਪਖੰਡੀ ਜਿਹੜੇ ਨੇ ਉਹ ਗੁਰੂ ਬਣਨ ਦਾ ਯਤਨ ਕਰਦੇ ਰਹੇ, ਅਸੀਂ ਗੁਰੂ ਬਣਨਾ, ਕਾਰਵਾਈਆਂ ਤੇਜ਼ ਹੋ ਚੁੱਕੀਆਂ ਸਨ। ਪਰ ਇਸ ਮਾਹੌਲ ਵਿੱਚ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਯੋਗ ਅਗਵਾਈ ਕੀਤੀ,
ਲੋੜ ਪਈ ਦਿੱਲੀ ਦੀਆਂ ਸੰਗਤਾਂ ਨੇ ਬੁਲਾਇਆ ਤੇ ਦਿੱਲੀ ਦੀਆਂ ਸੰਗਤਾਂ ਨੂੰ ਉਪਦੇਸ਼ ਦੇਣ ਵਾਸਤੇ ਇਕਜੁੱਟ ਰੱਖਣ ਵਾਸਤੇ ਸਤਿਗੁਰੂ ਆਪ ਦਿੱਲੀ ਗਏ। ਠੀਕ। ਦਿੱਲੀ ਜਾ ਕੇ ਸੰਗਤਾਂ ਨੂੰ ਇਕਜੁੱਟ ਕੀਤਾ ਤਾਂ ਕਿ ਸਾਰੇ ਏਕਤਾ ਵਿੱਚ ਪਰੋਏ ਰਹਿਣ। ਤੇ ਦੂਸਰਾ, ਉੱਥੇ ਜਦੋਂ ਚੇਚਕ ਦੀ ਬਿਮਾਰੀ ਫੈਲੀ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਬਿਮਾਰ ਲੋਕਾਂ ਦੀ ਵੀ ਮਦਦ ਕੀਤੀ, ਉਹਨਾਂ ਦਾ ਵੀ ਸਾਰਾ ਪ੍ਰਬੰਧ ਕੀਤਾ। ਤੇ ਹੁਣ ਦਿੱਲੀ ਵਿੱਚ ਗੁਰਦੁਆਰਾ ਸਾਹਿਬ ਵੀ ਜਿਹੜਾ ਹੈਗਾ ਉੱਥੇ ਅਸੀਂ ਦੇਖਦੇ ਹੈਗੇ ਹਾਂ ਕਿ ਇਹੀ ਉੱਥੇ ਮੁੱਖ ਤੌਰ ਦੇ ਉੱਤੇ ਪ੍ਰਚਾਰਿਆ ਜਾਂਦਾ ਹੈਗਾ ਕਿ ਇੱਥੇ ਗੁਰੂ ਸਾਹਿਬ ਨੇ ਰਹਿ ਕੇ ਚੇਚਕ ਦੀ ਜਿਹੜੀ ਬਿਮਾਰੀ ਸੀ ਉਸ ਦੇ ਖਿਲਾਫ ਸਾਰੇ ਜਿਹੜੇ ਉਸ ਸਮੇਂ ਦੇ ਹਕੀਮ ਸੀ, ਵੈਦ ਸਨ, ਉਹਨਾਂ ਨੂੰ ਇਕੱਠੇ ਕਰਕੇ ਸੇਵਾ ਕੀਤੀ। ਬਿਲਕੁਲ ਜੀ, ਬਹੁਤ ਸੇਵਾ ਕੀਤੀ, ਕਿਉਂਕਿ ਗੁਰੂ ਹਰਿ ਸਾਹਿਬ ਪਾਤਸ਼ਾਹ ਪਿਤਾ ਜੀ ਦਾ ਦਵਾਖਾਨਾ ਮਸ਼ਹੂਰ ਹੈ ਕਿ ਜੇ ਕੋਈ ਤਨ ਦਾ ਰੋਗੀ ਬਿਮਾਰ ਹੋਵੇ ਉਹਦਾ ਇਲਾਜ ਇਹਨਾਂ ਜੜੀਆਂ ਬੂਟੀਆਂ ਨਾਲ ਹੋ ਸਕਦਾ ਹੈ। ਗੁਰਬਾਣੀ ਜਿਹੜੀ ਹੈ ਉਹਨੂੰ ਪੜ੍ਹਿਆ ਜੀਵਨ ਜਾਂਚ ਮਿਲਦੀ ਹੈ। ਅਸੀਂ ਤਨ ਤੇ ਮਨ ਨੂੰ ਅਰੋਗ ਕਿਵੇਂ ਰੱਖਣਾ ਹੈ ਜੀ, ਕਿਵੇਂ ਅਸੀਂ ਜੀਵਨ ਜਾਂਚ ਇੰਨੀ ਵਧੀਆ ਬਣਾ ਲਈਏ, ਸਾਡਾ ਲਾਈਫ ਸਟਾਈਲ ਇੰਨਾ ਵਧੀਆ ਹੋ ਜਾਏ, ਸਾਡਾ ਮਨ ਤੰਦਰੁਸਤ ਰਵੇ, ਤਨ ਤੰਦਰੁਸਤ ਰਵੇ। ਪਰ ਜੇ ਕੋਈ ਰੋਗੀ ਹੋ ਜਾਂਦਾ ਹੈ, ਇਹ ਵੀ ਇੱਕ ਬੜੀ ਵੱਡੀ ਰੱਬ ਦੀ ਕਰਾਮਾਤ ਹੈ। ਉਹਨੇ ਜੜੀਆਂ ਬੂਟੀਆਂ ਪੱਤਿਆਂ ਦੇ ਵਿੱਚ ਦਵਾਈਆਂ ਭਰ ਦਿੱਤੀਆਂ ਤਾਂ ਕਿ ਮਨੁੱਖ ਸਿਆਣਾ ਹੋ ਕੇ ਇਹਨਾਂ ਤੋਂ ਲਾਭ ਲੈ ਸਕੇ। ਇਸ ਕਰਕੇ ਦਵਾਖਾਨੇ ਦੀ ਪਰੰਪਰਾ ਤੇ ਗੁਰੂ ਹਰਿ ਸਾਹਿਬ ਪਾਤਸ਼ਾਹ ਦੇ ਹੀ ਗਏ ਸਨ ਤੇ ਉਹਨਾਂ ਦੇ ਪੁੱਤਰ ਨੇ ਵੀ ਇਸ ਸਾਰੀ ਪਰੰਪਰਾ ਨੂੰ ਅੱਗੇ ਤੋਰਿਆ ਜੀ। ਭਾਵ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਨੇ ਦੀਨ ਦੁਖੀਆਂ ਗਰੀਬਾਂ ਦੀ ਸੇਵਾ ਕੀਤੀ, ਉਹਨਾਂ ਨੇ ਮਿਹਰ ਦੀ ਦ੍ਰਿਸ਼ਟੀ ਨਾਲ ਅਰੋਗ ਕੀਤਾ। ਭਾਵ ਉਹਨਾਂ ਨੇ ਘਰ ਘਰ ਜਾ ਕੇ ਹਰ ਇੱਕ ਬਿਮਾਰ ਨੂੰ ਨਿੱਜੀ ਤੌਰ ਤੇ ਉਹਦਾ ਹਾਲ ਪੁੱਛਿਆ, ਉਹਦਾ ਇਲਾਜ ਦਾ ਪ੍ਰਬੰਧ ਕੀਤਾ ਤੇ ਨਾਲ ਉਹਨੂੰ ਤਸੱਲੀ ਧੀਰਜ ਵੀ ਦਿੱਤਾ। ਇਤਿਹਾਸ ਦੇ ਪੰਨਿਆਂ ਵਿੱਚ ਕੀ ਕੋਈ ਜ਼ਿਕਰ ਆਉਂਦਾ ਹੈ, ਕਿਉਂਕਿ ਇਸ ਸਮੇਂ ਗੁਰੂ ਸਾਹਿਬ ਜਿਹੜੇ ਸਨ ਦਿੱਲੀ ਵਿੱਚ ਹੀ ਕੇਂਦਰਿਤ ਸਨ, ਪਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉਸ ਸਮੇਂ ਮਸੰਦ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਵੀ ਅਗੇਂਸਟ ਹੋ ਰਹੇ ਸਨ, ਤਾਂ ਕੀ ਇਹਦੇ ਬਾਰੇ ਕੁਝ ਜ਼ਿਕਰ ਆਉਂਦਾ ਹੈ ਕਿ ਉਸ ਸਮੇਂ ਗੁਰੂ ਸਾਹਿਬ ਦੇ ਸਮੇਂ ਕੀ ਕੁਝ ਹੋਇਆ? ਹਾਂ, ਉਸ ਸਮੇਂ ਮਸੰਦਾਂ ਨੇ ਕਬਜ਼ੇ ਕਰ ਲਏ ਸਨ, ਬਲਕਿ ਅੰਮ੍ਰਿਤਸਰ ਦੇ ਉੱਪਰ ਵੀ ਕਬਜ਼ਾ ਹੋ ਚੁੱਕਿਆ ਸੀ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਦੇ ਪਿਆਨੇ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਬਣ ਕੇ ਅੰਮ੍ਰਿਤਸਰ ਗਏ ਤੇ ਇਹਨਾਂ ਮਸੰਦਾਂ ਨੇ ਦਰਬਾਰ ਸਾਹਿਬ ਦੇ ਅੰਦਰੋਂ ਕੁੰਡਾ ਲਗਾ ਲਿਆ ਸੀ ਕਿ ਸਾਡੀ ਪੂਜਾ ਜਿਹੜੀ ਹੈ, ਉਹ ਸਾਡੀ ਜਿਹੜੀ ਜੋ ਅਸੀਂ ਕਰ ਰਹੇ ਹਾਂ, ਰੋਟੀ ਪਾਣੀ ਦਾ ਸਾਡਾ ਸਾਧਨ ਹੈ, ਉਹ ਜਾਂਦੀ ਲੱਗੇਗੀ ਤੇ ਅਸੀਂ ਕੀ ਕਰਾਂਗੇ। ਇਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਥੇ ਹੀ ਵਾਪਸ ਮੁੜ ਗਏ ਸਨ। ਕਹਿਣ ਤੋਂ ਭਾਵ ਉਦੋਂ ਉਹਨਾਂ ਸਾਰਿਆਂ ਥਾਵਾਂ ਉੱਪਰ ਮਸੰਦਾਂ ਦੇ ਕਬਜ਼ੇ ਹੋ ਚੁੱਕੇ ਸਨ, ਜਿਹੜੇ ਬਾਅਦ ਵਿੱਚ ਫਿਰ ਕਲਗੀਧਰ ਪਾਤਸ਼ਾਹ ਨੇ ਉਹਨਾਂ ਮਸੰਦਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਤੇ ਮਸੰਦ ਪ੍ਰਣਾਲੀ ਖਤਮ ਕਰ ਦਿੱਤੀ। ਬਿਲਕੁਲ ਜੀ। ਤੇ ਅਖੀਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜੀਵਨੀ ਤੋਂ ਕੀ ਇੱਕ ਕੋਈ ਚੀਜ਼ ਗ੍ਰਹਿਣ ਕਰਨੀ ਹੋਏ ਤਾਂ ਕੀ ਤੁਸੀਂ ਕਹੋ? ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਦੀ ਜੀਵਨ ਚੋਂ ਅਸੀਂ ਇੱਕ ਗੱਲ ਗ੍ਰਹਿਣ ਕਰ ਸਕਦੇ ਹਾਂ ਕਿ ਗਿਆਨ, ਸਿੱਖੀ, ਧਰਮ ਵਾਸਤੇ ਉਮਰ ਦਾ ਕੋਈ ਤਕਾਜ਼ਾ ਨਹੀਂ। ਆਪਣੇ ਬੱਚਿਆਂ ਨੂੰ ਹੋਸ਼ ਸੰਭਾਲਦਿਆਂ ਸਿੱਖੀ ਦਿਓ। ਜਿਹੜੇ ਬਿਲਕੁਲ ਛੋਟੇ ਬੱਚੇ ਨੇ, ਅਸੀਂ ਉਹਨਾਂ ਦੇ ਕੇਸ ਕਤਲ ਕਰ ਦਿੰਦੇ ਆ ਜੀ, ਇਹਨਾਂ ਨੇ ਰੱਖਣੇ ਨੇ, ਹਜੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਕੇਸ ਕੀ ਹੁੰਦੇ ਨੇ। ਅਸੀਂ ਮਹਾਨਤਾ ਦੱਸਣ ਦੀ ਬਜਾਏ ਆਪ ਹੀ ਕੇਸ ਕੱਟ ਦਿੱਤੇ ਤੇ ਵੱਡੇ ਹੋ ਕੇ ਤੇ ਕੱਟਣਗੇ ਹੀ। ਸੋ ਇਹ ਚੀਜ਼ ਵੱਲ ਧਿਆਨ ਦਿੱਤਾ ਜਾਏ। ਹਾਂਜੀ, ਬੱਚਿਆਂ ਨੂੰ ਸਿੱਖੀ ਵਾਲੇ ਪਾਸੇ। ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆ ਕੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਜੋ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ, ਆਸ ਕਰਨੇ ਆ ਕਿ ਇਸ ਵਿੱਚੋਂ ਸਾਡੀ ਨੌਲੇਜ ਵਿੱਚ ਵਾਧਾ ਹੋਇਆ ਹੋਵੇਗਾ, ਕਿਉਂਕਿ ਜੋ ਗੁਰੂ ਸਾਹਿਬ ਨੇ ਜੋ ਕੁਝ ਕੀਤਾ, ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਇਹ ਦਿਹਾੜੇ ਜਿਹੜੇ ਅਸੀਂ ਮਨਾਉਂਦੇ ਹਾਂ, ਇਹਨਾਂ ਤੋਂ ਪ੍ਰੇਰਨਾ ਲਈਏ, ਗੁਰੂਆਂ ਦੇ ਜੀਵਨ ਤੋਂ, ਗੁਰੂਆਂ ਦੇ ਗੁਰਗੱਦੀ ਦਿਵਸ ਜਾਂ ਗੁਰੂਆਂ ਦੇ ਆਗਮਨ ਪੁਰਬ ਅਸੀਂ ਮਨਾਉਂਦੇ ਹਾਂ। ਸੋ ਜੇਕਰ ਸਿਰਫ ਅਸੀਂ ਮੱਥੇ ਟੇਕਣ ਤੱਕ ਹੀ ਸੀਮਤ ਰਵਾਂਗੇ ਤਾਂ ਫਿਰ ਜੋ ਗੁਰੂ ਦਾ ਸਿਧਾਂਤ ਹੈ ਸ਼ਾਇਦ ਉਸ ਨੂੰ ਅਸੀਂ ਪੂਰਾ ਨਹੀਂ ਕਰ ਰਹੇ ਹਾਂ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ ਜੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। youtube.com/harpreet-singh-show ਜਾਂ ਫਿਰ ਸੋਸ਼ਲ ਮੀਡੀਆ ਯਾਨੀ ਕਿ ਫੇਸਬੁੱਕ ਦੇ ਉੱਤੇ ਤੁਸੀਂ facebook.com/harpreet-singh-show ਤੇ ਵੀ ਜਾ ਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਏ ਪ੍ਰੋਗਰਾਮ ਬਾਰੇ ਲੈ ਸਕਦੇ ਹੋ। ਧੰਨਵਾਦੀ ਆਪਣੇ ਸਪਾਂਸਰਸ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਤੁਸੀਂ ਵੀ ਜੇਕਰ ਕੁਝ ਇਨਫੋਰਮੇਸ਼ਨ ਲੈਣੀ ਹੈ ਐਡਵਰਟਾਈਜ਼ਮੈਂਟ ਸੰਬੰਧੀ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।